Very good morning to all of you. Uh, our subject is operating system. What is operating system? You all know operating system provide us interface between user and device. For example, this is my mobile. I'm using it. जो भी ये मैंने शो हो रहा है एवरीथिंग दिस इज़ बिकॉज ऑफ द ऑपरेटिंग सिस्टम। ਇਹ क्या है इंटरफेस प्रोवाइड कर रहा है। इंटरफेस मतलब ਇੱਕ ਰਸਤਾ ਪ੍ਰੋਵਾਈਡ ਕਰ ਰਿਹਾ ਹੈ ਮੈਨੂੰ ਯੂਜ਼ਰ ਨੂੰ ਅਤੇ ਮੈਨੂੰ ਕੰਪਿਊਟਰ ਨੂੰ ਜਿਹਦੇ ਕਰਕੇ ਮੈਨੂੰ ਚਲਾ ਰਹੀ ਹਾਂ। ਦਿਸ ਇਜ਼ ਆਪਰੇਟਿੰਗ ਸਿਸਟਮ। ਫਾਈਨ। ਇਹ ਕਿਆ ਹੈ ਜੋ ਵੀ ਕੁਛ ਹੁੰਦਾ ਹੈ ਐਵਰੀਥਿੰਗ ਤੁਸੀਂ ਲਾ ਲਓ ਕਿ ਸਾਰਾ ਕੁਛ ਆਪਰੇਟਿੰਗ ਸਿਸਟਮ ਕਰਕੇ ਹੀ ਹੁੰਦਾ ਹੈ। ਕੰਪਿਊਟਰ ਜੇ ਤੁਸੀਂ ਯੂਜ਼ ਕਰਦੇ ਹੋ ਉਹਦੇ 'ਚ ਵਿੰਡੋ ਅਪਲੋਡ ਹੁੰਦੀ ਹੈ। ਸਟਾਰਟਿੰਗ ਦੇ ਵਿੱਚ ਵਿੰਡੋ ਆਉਂਦਾ ਹੈ ਰਾਊਂਡ ਸਕਰੀਨ ਆਉਂਦੀ ਹੈ। ਵਿੰਡੋ ਲੋਡ ਹੋ ਰਹੀ ਹੁੰਦੀ ਹੈ। ਵਿੰਡੋਜ਼ ਦਾ ਆਈਕਨਸ ਇਸ ਤਰ੍ਹਾਂ ਬਲਿੰਕਿੰਗ ਦੇ ਵਿੱਚ ਆਉਂਦਾ ਹੈ। ਦੈਟ ਇਜ਼ ਕਿ ਆਪਰੇਟਿੰਗ ਸਿਸਟਮ ਲੋਡ ਹੋ ਰਿਹਾ ਹੁੰਦਾ ਜਦੋਂ ਅਸੀਂ ਕੰਪਿਊਟਰ ਨੂੰ ਔਨ ਕਰਦੇ ਹਾਂ। ਸੋ ਆਪਰੇਟਿੰਗ ਸਿਸਟਮ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਕਿ ਕੋਈ ਵੀ ਡਿਵਾਈਸ ਆਪਰੇਟਿੰਗ ਸਿਸਟਮ ਤੋਂ ਬਿਨਾਂ ਜ਼ੀਰੋ ਹੈ। ਐਂਡ ਆਪਰੇਟਿੰਗ ਸਿਸਟਮ ਇਜ਼ ਅ ਕਲੈਕਸ਼ਨ ਆਫ ਸਿਸਟਮ ਪ੍ਰੋਗਰਾਮਸ। ਠੀਕ ਹੈ। ਇਹਦੇ 'ਚ ਕਿਆ ਡਿਫਰੈਂਟ ਕਿੰਨੇ ਪ੍ਰੋਗਰਾਮਸ ਲਿਖੇ ਹੁੰਦੇ ਆ। ਸਾਰੀ ਪ੍ਰੋਗਰਾਮਿੰਗ ਕੀਤੀ ਹੁੰਦੀ ਹੈ ਆਪਰੇਟਿੰਗ ਸਿਸਟਮ that together control the operation of a computer system ਜਿਨ੍ਹਾਂ ਨੂੰ ਇਕੱਠੇ ਹੋ ਕੇ ਕੰਪਿਊਟਰ ਦੇ ਆਪਰੇਸ਼ਨਸ ਨੂੰ ਕੰਟਰੋਲ ਕਰਦੇ ਹੈ। ਫਾਈਨ। ਐਂਡ ਆਪਰੇਟਿੰਗ ਸਿਸਟਮ ਇਜ਼ ਅ ਕਲੈਕਸ਼ਨ ਆਫ ਪ੍ਰੋਗਰਾਮਸ that together control the operation of computer system। different definitions operating system ਦੀਆਂ ਤੁਹਾਨੂੰ ਇੰਟਰਨੈਟ 'ਤੇ ਮਿਲ ਜਾਣੀਆਂ ਹੈ। operating system provide ਇੰਟਰਫੇਸ ਬਿਟਵੀਨ ਯੂਜ਼ਰ ਐਂਡ ਡਿਵਾਈਸ। ਠੀਕ ਹੈ। ਹੁਣ ਇਹ ਦੇਖ ਲਓ ਕਿ ਜਿੰਨਾ ਵੀ ਕੰਮ ਅਸੀਂ ਕਰਦੇ ਹਾਂ ਕੰਪਿਊਟਰ ਦੇ ਵਿੱਚ ਜਾਂ ਆਪਣੇ ਮੋਬਾਈਲ ਫੋਨ ਦੇ ਵਿੱਚ ਐਵਰੀਥਿੰਗ ਇਜ਼ ਬਾਏ ਆਪਰੇਟਿੰਗ ਸਿਸਟਮ। ਸੋ ਹਰ ਇੱਕ ਚੀਜ਼ ਫਾਈਲ ਮੈਨੇਜਮੈਂਟ ਫਾਈਲ ਡਿਲੀਸ਼ਨ ਰਿਕਾਰਡ ਕੀਪਿੰਗ ਪ੍ਰੋਸੈਸ ਮੈਨੇਜਮੈਂਟ ਸਾਰਾ ਕੁਛ ਕਿਹਦੇ ਕਰਕੇ ਹੁੰਦਾ ਆਪਰੇਟਿੰਗ ਸਿਸਟਮ ਕਰਕੇ ਹੈ। ਸੋ ਬਹੁਤ ਕੁਛ ਤੁਸੀਂ ਇਹਦੇ 'ਚ ਲਿਖ ਸਕਦੇ ਹੋ। It keeps track of the status of each resource and decide who will have a control over computer resources and for how long। ठीक है। Operating system manage resources of computer systems such as memory, processor, write system, input output device। ਹੁਣ ਜਿੱਥੇ ਕਿਤੇ ਵੀ ਰਿਸੋਰਸਿਸ ਦੀ ਗੱਲ ਆਏਗੀ ਉੱਥੇ ਰਿਸੋਰਸਿਸ ਦਾ ਮਤਲਬ ਕਿਆ ਹੋਏਗਾ। ਰਿਸੋਰਸ ਮੈਮਰੀ ਵੀ ਇੱਕ ਰਿਸੋਰਸ ਹੈ। ਤੁਹਾਡਾ ਪ੍ਰਿੰਟਰ ਵੀ ਇੱਕ ਰਿਸੋਰਸ ਹੈ। ਤੁਹਾਡਾ ਸਕੈਨਰ ਹੋ ਗਿਆ। ਤੁਹਾਡੇ ਜਿੰਨੇ ਵੀ ਡਿਵਾਈਸਿਸ ਇਹ ਹੁੰਦੀਆਂ ਉਹਨਾਂ ਨੂੰ ਆਪਾਂ ਇੱਕ ਕੰਬਾਈਨਡ ਵਰਡ ਯੂਜ਼ ਕਰਾਂਗੇ ਰਿਸੋਰਸਿਸ। ਸੋ ਕਨਫਿਊਜ਼ ਨਹੀਂ ਹੋਣਾ। ਬਾਰ ਆਪਾਂ ਸਾਰੀਆਂ ਡਿਵਾਈਸਿਸ ਨਹੀਂ ਲਿਖ ਸਕਦੇ ਇਸ ਕਰਕੇ ਆਪਾਂ ਰਿਸੋਰਸ ਲਿਖਦੇ ਹਾਂ। ਇਹ ਕਿਆ ਮੈਨੇਜ ਕਰਦਾ। ਇਟ ਮੈਨੇਜ ਰਿਸੋਰਸਿਸ ਆਫ ਕੰਪਿਊਟਰ ਸਿਸਟਮ। ਫੋਰ ਐਗਜ਼ਾਮਪਲ ਕਿਹੜੇ ਰਿਸੋਰਸਿਸ ਹੈ। ਮੈਮਰੀ ਰਿਸੋਰਸ ਹੋ ਗਿਆ ਪ੍ਰੋਸੈਸਰ ਰਾਈਟ ਸਿਸਟਮ ਜਿਵੇਂ ਅਸੀਂ ਕੰਪਿਊਟਰ 'ਚ ਸਾਨੂੰ ਕੁਛ ਲਿਖਣਾ ਵੀ ਪੈਂਦਾ ਹੈ ਰਾਈਟ ਸਿਸਟਮ ਤੁਹਾਡਾ ਕੀਬੋਰਡ ਓਕੇ ਕੀਬੋਰਡ ਮਾਊਸ। ਫਾਈਨ। ਇਨਪੁਟ ਆਊਟਪੁੱਟ ਡਿਵਾਈਸਿਸ ਨੂੰ ਵੀ ਇਹ ਕੰਟਰੋਲ ਕਰਦਾ ਹੈ। ਠੀਕ ਹੈ। ਅਤੇ ਦੇਖੋ ਅਸੀਂ ਐਟ ਏ ਟਾਈਮ 'ਤੇ ਅਸੀਂ ਕੀਬੋਰਡ ਵੀ ਚਲਾ ਰਹੇ ਹੁੰਦੇ ਹਾਂ ਮਾਊਸ ਦੇ ਨਾਲ ਵੀ ਅਸੀਂ ਵਰਕ ਕਰ ਰਹੇ ਹਾਂ ਉੱਧਰ ਅਸੀਂ ਸਕੈਨਰ ਦੇ ਨਾਲ ਸਕੈਨ ਵੀ ਕਰ ਰਹੇ ਹਾਂ ਅਸੀਂ ਪ੍ਰਿੰਟ ਵੀ ਲੈ ਰਹੇ ਹਾਂ ਅਤੇ ਜਿਹੜਾ ਆਪਰੇਟਿੰਗ ਸਿਸਟਮ ਦੇ ਕਰਕੇ ਹੀ ਇਹ ਸਾਰਾ ਟਰੈਕ 'ਤੇ ਰਹਿੰਦੀਆਂ ਇਹ ਚੀਜ਼ਾਂ ਕਿ ਹੁਣ ਮੈਮਰੀ ਹੈ ਮੈਮਰੀ ਦੇ ਵਿੱਚ ਕੁਛ ਨਾ ਕੁਛ ਲਿਖਿਆ ਜਾਂਦਾ ਹੈ। ਠੀਕ ਹੈ। ਅਤੇ ਹੁਣ ਮੈਨੂੰ ਮੈਮਰੀ ਚਾਹੀਦੀ ਹੈ ਕਦੋਂ ਮੈਨੂੰ ਮੈਮਰੀ ਚਾਹੀਦੀ ਹੈ ਮੁੜ ਕੇ ਮੈਂ ਸਕਰੀਨ 'ਤੇ ਡਿਸਪਲੇ ਵੀ ਕਰਾਉਣਾ ਹੈ ਅਤੇ ਉਹ ਸਾਰਾ ਕੁਛ ਮੈਨੇਜ ਕੌਣ ਕਰੇਗਾ ਆਪਰੇਟਿੰਗ ਸਿਸਟਮ ਕਰੇਗਾ ਕਿ ਕਿਸ ਟਾਈਮ ਕਿਹੜੇ ਰਿਸੋਰਸ ਨੂੰ ਕਿਹੜੀ ਚੀਜ਼ ਚਾਹੀਦੀ ਹੈ ਕਿੰਨੇ ਟਾਈਮ ਦੇ ਲਈ ਚਾਹੀਦੀ ਹੈ। ਠੀਕ ਹੈ। ਹੁਣ ਕੀਬੋਰਡ ਨੂੰ ਮੈਮਰੀ ਦੇ ਵਿੱਚ ਲਿਖਣਾ ਹੈ ਕੀਬੋਰਡ ਨਾਲ ਅਸੀਂ ਟਾਈਪ ਕਰਦੇ ਹਾਂ ਅਤੇ ਮੈਮਰੀ ਦੇ ਵਿੱਚ ਲਿਖਿਆ ਜਾਏਗਾ ਮੀਨਸ ਕੀਬੋਰਡ ਨੂੰ ਕਿੰਨੇ ਟਾਈਮ ਦੇ ਲਈ ਮੈਮਰੀ ਚਾਹੀਦੀ ਹੈ ਉਹਨੇ ਦੇਖਣਾ ਹੈ। ਉਸ ਤੋਂ ਬਾਅਦ ਮੈਮਰੀ ਤੋਂ ਅਸੀਂ ਪ੍ਰਿੰਟ ਵੀ ਲੈਣਾ ਹੈ ਮੈਮਰੀ ਦੇ ਵਿੱਚ ਡਾਟਾ ਸਟੋਰ ਹੈ ਅਤੇ ਸਕੈਨਰ ਨੂੰ ਪ੍ਰਿੰਟਰ ਨੂੰ ਕਿੰਨੇ ਟਾਈਮ ਦੇ ਲਈ ਮੈਮਰੀ ਚਾਹੀਦੀ ਹੈ ਉਹ ਉਹਨੇ ਦੇਖਣਾ ਹੈ। ਠੀਕ ਹੈ। ਇਹ ਲਾਈਨ ਲਿਖੀ ਹੋਈ ਹੈ। ਇਟ ਕੀਪਸ ਟਰੈਕ ਆਫ ਸਟੇਟਸ ਆਫ ਈਚ ਰਿਸੋਰਸ ਐਂਡ ਡਿਸਾਈਡ ਇਹ ਸਿੰਪਲ ਲਿਖ ਦਿਓ ਇਟ ਡਿਸਾਈਡ who will have a control over computer resources and for how long and when। ਕਿਹਦਾ ਕੰਪਿਊਟਰ ਦੇ ਉੱਪਰ ਕੰਪਿਊਟਰ ਦੇ ਰਿਸੋਰਸਿਸ ਦੇ ਉੱਪਰ ਕਿਹਦਾ ਕੰਟਰੋਲ ਹੋਏਗਾ who will have control for how long and when ਕਿੰਨੇ ਸਮੇਂ ਦੇ ਲਈ ਅਤੇ ਕਦੋਂ। ਠੀਕ ਹੈ। ਇਹ ਸਾਰਾ ਕੁਛ ਆਪਰੇਟਿੰਗ ਸਿਸਟਮ ਡਿਸਾਈਡ ਕਰਦਾ ਹੈ। ਫਸਟ ਓਵਰਆਲ ਇਹਦੀ ਦੇਖ ਲਓ ਡਾਇਗਰਾਮ ਐਬਸਟਰੈਕਟ ਵਿਊ ਆਫ ਕੰਪੋਨੈਂਟ ਆਫ ਕੰਪਿਊਟਰ ਸਿਸਟਮ। ਕੰਪਿਊਟਰ ਹਾਰਡਵੇਅਰ ਅਸੀਂ ਡੀਲ ਕਰਦੇ ਹਾਂ
जिन्ना भी हार्डवेयर का हैगा मॉनीटर कीबोर्ड माउस ये वो। उस तो बाद क्या है कंप्यूटर हार्डवेयर के अंदर दैन ऑपरेटिंग सिस्टम आता है। दैन ऑपरेटिंग सिस्टम के अंदर सिस्टम एंड एप्लीकेशन प्रोग्राम्स आते हैं। सिस्टम एंड एप्लीकेशन प्रोग्राम्स किहड़े होंदे हैं, कंपाइलर हुंदा है, उहदे अंदर असैम्बलर टैक्स्ट एडिटर एंड सो ऑन डाटाबेस सिस्टम भी हुंदा है। दैन इज़ यूज़र 1 यूज़र 2 किन्ने भी यूज़र जिहड़े इस चीज़ां नूं असैस करते हैं। दैन ਇਹਦਾ क्या है लिटल बिट इन्हां दी एक्सप्लेनेशन है। हार्डवेयर यू नो वट इज़ हार्डवेयर प्रोवाइड बेसिक कंप्यूटिंग सोर्सिस सिंपल तुसीं अपने डेफिनेशनस भी लिख सकते हो। हार्डवेयर क्या हुंदा है, CPU मैमरी IO डिवाइसिस। ऑपरेटिंग सिस्टम क्या होंगे मैं तुहानूं दसता, कंट्रोल एंड कोआर्डीनेट यू तुहानूं जितने भी तुसीं ऑपरेटिंग सिस्टम पढ़ोगे ना डिफरेंट डेफिनेशनस मिलूंगियां। कंट्रोल्स एंड कोआर्डीनेट्स यूज़ ऑफ हार्डवेयर अमंग वेरियस एप्लीकेशन यूजर फॉर एग्जाम्पल आ देखो ऑपरेटिंग सिस्टम किहड़े आ विंडोज़ हो गया, विंडो विस्टा, यूनिक्स ये भी ऑपरेटिंग सिस्टम है कंपनीज दे विच यूज़ होंदे आ ये। यूनिक्स लाइनैक्स डॉस ऑपरेटिंग सिस्टम ते तुहाडा अपने एंड्रॉयड तुहाडे फोनां दे विच किहड़ा हुंदा है, एंड्रॉयड हुंदा है। इहदे अगे तुसीं देखियो अपने चैक करियो कि तुहाडे फोन दे विच किहड़ा ऑपरेटिंग सिस्टम है। ठीक है, जिवें एप्पल दे फोनां दे विच क्या हुंदा है, यस टैल मी। एप्लीकेशन प्रोग्राम किहड़े हुंदे आ जिहड़े यूज़र ने अपनी सुविधा दे लई कह लो इंस्टॉल कीते हुंदे आ। जिवें तुसीं किहड़े ऐप्स यूज़ करते हो वो एप्लीकेशन प्रोग्राम्स है, तुसीं खुद इंस्टॉल करते हो उन्हां नूं। ठीक है, वो सिस्टम प्रोग्राम्स नहीं है जिहड़े बाय डिफॉल्ट होंदे हैं। सो एप्लीकेशन द वे इन विच सिस्टम आर यूज टू सॉल्व द प्रॉब्लम्स ऑफ द यूज़र। फॉर एग्जाम्पल वर्ड प्रोसैसर, कंपाइलर, वैब ब्राउज़र असी करते हैं, डाटाबेस, इंटरनेट एक्सप्लोरर है जिहड़ा ई बनी हुंदी है वो बाय डिफॉल्ट आंदा है। कह लो कि गौरमेंट जिद्दां ना फ्री ऑफ कॉस्ट सरकारी काम वो इंटरनेट एक्सप्लोरर तो बाय डिफॉल्ट आंदा है। बट असी सारे किहड़ा यूज़ करीदा है, क्रोम यूज़ करते हैं, असी फायरफॉक्स यूज़ करते हैं। ठीक है, उस तो बाद यूज़र हार्डवेयर ऑपरेटिंग सिस्टम एप्लीकेशन एंड आगे क्या है यूज़र क्या है सच एज पीपल मशीन एंड अदर कंप्यूटर्स। उस तो बाद देखना है तुसी पार्ट्स ऑफ एन ऑपरेटिंग सिस्टम। पार्ट्स दे विच क्या आंदा है, इस तरह तुसी बिल्कुल इदां दी डायग्राम बना लैनी है। कर्नल सब तो बेसिक कोर है जिहड़ा दैट इज़ कर्नल ये फंक्शनस वगैरह आते हैं पेपर च, दिस इज़ इंपॉर्टेंट। कर्नल है, उस तो बाद OS है, उस तो बाद यूटिलिटीज़, दैन एप्लीकेशन। पार्ट्स ऑफ OS नाउ एक्सप्लेन द कर्नल। कर्नल क्या है, कोर ऑफ द OS। कोर मतलब क्या ना जिवें तुसीं किसी चीज़ की जड़ कह लो है ना, दैट इज़ कोर ऑफ द OS। द कर्नल इज़ ऑल्सो कॉल्ड रियल टाइम एग्जीक्यूटिव। द कर्नल कंटेन्स ऑल द डिवाइस ड्राइवर्स दैट इंटरैक्ट विद द हार्डवेयर। ठीक है, कर्नल दे विच क्या होंगे जिन्ने भी आप डिवाइस आप ड्राइवर्स इंस्टॉल करते हैं वो क्या है वो सारे कर्नल दे विच हुंदे आ। डिवाइस जिवें हुण असीं साउंड ड्राइवर अगर कंप्यूटर दे विच असीं ऐदां नहीं हुंदा कि कंप्यूटर तुसीं ऑन कर लिया तो तुहानूं अपने आप साउंड आना शुरू हो गया है ना, तुसीं सॉन्ग प्ले कीते तो साउंड आना शुरू हो गया। नो, जदों असीं कंप्यूटर लैंदे हैं या ਉਹਦੀ इंस्टॉलेशन घर आके करते हैं तो ਉਹਦੇ 'ਚ ਸਾਨੂੰ अलग तो ड्राइवर्स इंस्टॉल करने पैंदे हैं। साउंड ड्राइवर्स, ऑडियो ड्राइवर ਤਾਂ ਕਿਤੇ ਜਾ ਕੇ आवाज़ आती है। सेम सानू पिक्चर्स दे लई तो साडियां फोटोज़ वधिया सानू नज़र आन। ठीक है, गेम्स दे लई ड्राइवर्स इंस्टॉल करने पैंदे हैं। मतलब ड्राइवर क्या होंगे, सैट ऑफ प्रोग्राम्स कह लो जिहदे करके सारा कुछ चलता है। ये नहीं है कि कंप्यूटर ले लिया चलो जी वो चलन लग गया, ऐदा नहीं हुंदा। एवरीथिंग वी हैव टू इंस्टॉल। ठीक है, सो कर्नल क्या है, कोर ऑफ OS जिहदे विच क्या हुंदा है ऑल द डिवाइस ड्राइवर्स दैट इंटरैक्ट विद द हार्डवेयर। सिंपल तुसीं ऐदा ही लिख सकदे, इट्स अ कोर ऑफ OS एंड इट कंटेन्स ऑल द डिवाइस ड्राइवर्स। उस तो बाद लाइब्रेरीज विच प्रोवाइड एन एरे ऑफ फंक्शनस टू एप्लीकेशन। लाइब्रेरीज के थ्रू ही क्या है सारा कुछ जाता है, इट प्रोवाइड एरे ऑफ फंक्शन। उस तो बाद सिंपल जस्ट इन्होंने वैसे एक वर्ड में एक्सप्लेन किया है। ड्राइवर्स फॉर इंटरैक्टिंग एंड कंट्रोलिंग एक्सटर्नल हार्डवेयर। एक्सटर्नल हार्डवेयर क्या हो गया थोड़े स्पीकर, फॉर एग्जाम्पल स्पीकर ले लो, एक्सटर्नल हार्डवेयर है फॉर इंटरैक्टिंग विद एंड कंट्रोलिंग एक्सटर्नल हार्डवेयर। उस तो बाद प्रोसैस मैनेजर्स द प्रोसैस ऑफ OS। ਕਿਹੜੇ ਕੰਮ OS ਦੇ ਕਿਹੜੇ ਪਾर्ट है तो क्या क्या काम करते हैं। उस तो बाद स्कैड्यूलर ਕਿਹੜਾ प्रोग्राम कदों रन होएगा, डिसाइड वट प्रोग्राम्स टू रन। फाइल मैनेजर कीप ट्रैक ऑफ ऑल द फाइल्स ऑफ OS।
ਇੱਕ ਆਹ ਚੀਜ਼ ਦੇਖੋ, ਦਾ ਬੂਟ ਮੈਕੈਨਿਜ਼ਮ। ਜਦੋਂ ਅਸੀਂ ਕੰਪਿਊਟਰ ਔਨ ਕਰਦੇ ਹਾਂ ਤਾਂ ਇਸ ਤਰ੍ਹਾਂ ਰਾਊਂਡ ਆਉਂਦਾ ਹੈ ਘੁੰਮਦਾ ਹੋਇਆ ਵਿੰਡੋਜ਼, ਉਹਨੂੰ ਕੀ ਕਹਿੰਦੇ ਆ? ਬੂਟਿੰਗ। ਬੂਟਿੰਗ ਕਹਿੰਦੇ ਆ ਉਹਨੂੰ। ਮੀਨਸ ਵਿਚ ਲੋਡਸ ਦਾ ਕਰਨਲ ਇਨਟੂ ਮੈਮਰੀ। ਕਰਨਲ ਹੈ ਜਿਹੜਾ ਉਹ ਮੈਮਰੀ 'ਚ ਲੋਡ ਹੋ ਰਿਹਾ ਹੁੰਦਾ ਹੈ, ਤਾਂ ਹੀ ਕੰਪਿਊਟਰ ਚੱਲਦਾ ਹੈ। ਠੀਕ ਹੈ, ਬੂਟ ਹੋ ਰਿਹਾ ਹੁੰਦਾ ਹੈ ਐਵਰੀਥਿੰਗ। ਤੁਸੀਂ ਆਪਣਾ ਮੋਬਾਈਲ ਰੀਸਟਾਰਟ ਕਰ ਲਓ, ਐਂਡਰੋਇਡ ਦਾ ਆਪਣਾ ਇਹਦਾ ਕੋਈ ਵੀ ਕਰ ਲਓ, iOS ਮਤਲਬ ਆਈਫੋਨ ਦਾ ਕਰ ਲਓ, ਅਤੇ ਕਿਆ ਹੁੰਦਾ ਹੈ ਉਹਦੇ ਰੀਸਟਾਰਟਿੰਗ ਜਦੋਂ ਅਸੀਂ ਕਰਦੇ ਤਾਂ ਬੂਟਿੰਗ ਲਿਖਿਆ ਹੁੰਦਾ। ਬੂਟਿੰਗ ਮੀਨਸ ਜਿਹੜਾ ਆਪਰੇਟਿੰਗ ਸਿਸਟਮ ਹੈ ਜਾਂ ਕਰਨਲ ਹੈ ਉਹ ਕਿਆ ਹੈ, ਲੋਡ ਹੋ ਰਿਹਾ ਹੁੰਦਾ ਮੈਮਰੀ ਦੇ ਵਿੱਚ। ਦੈਨ ਤੁਸੀਂ ਕਿਆ ਕਰਨਾ ਹੈ, ਕਰਨਲ ਦੇ ਕਿਹੜੇ ਕਿਹੜੇ ਕੰਮ ਹੈ ਉਹ ਪੜ੍ਹਨੇ ਹੈ। ਆ ਤੁਹਾਨੂੰ ਦੱਸਦਾ ਕਿ ਇਹ ਕੋਰ ਆਫ ਆਪਰੇਟਿੰਗ ਸਿਸਟਮ ਇਜ਼ ਕਾਲਡ ਕਰਨਲ। ਦ ਕਰਨਲ ਪ੍ਰੋਵਾਈਡ द मोस्ट बेसिक इंटरफेस। सिंपल वो लिख लो, द कर्नल प्रोवाइड इंटरफेस बिटवीन मशीन एंड ऑपरेटिंग सिस्टम। ठीक है, करनल क्या है, क्योंकि ऑपरेटिंग सिस्टम का अगे फर्दर पार्ट है ये। सो ये किदे लिंक प्रोवाइड करता है? इट प्रोवाइड्स इंटरफेस। इंटरफेस मतलब लिंक प्रोवाइड करना। इट प्रोवाइड इंटरफेस बिटवीन मशीन एंड ऑपरेटिंग सिस्टम। कर्नल इज रिस्पॉन्सिबल फॉर मैनेजमेंट ऑफ सेंट्रल प्रोसेसर। द कर्नल इंक्लूड द डिस्पैचर टू एलोकेट सेंटर टू, मतलब थोड़ी जी कर लियो। उस तो बाद ਉਹਦੇ फंक्शन देख लो। प्रोसैस मैनेजमेंट, प्रोसैस ਦੇ ਵਿੱਚ ਕੋਈ प्रोसैस क्रिएट करनी डिलीट करनी। कर्नल प्रोवाइड मैकेनिज्म फॉर क्रिएशन एंड डिलीशन ऑफ प्रोसैस, कोमा इंटर प्रोसैस कम्युनिकेशन। दो प्रोसैस, कोई प्रोसैस चल रही है ਉਹਦੇ ਵਿੱਚ कोई होर प्रोसैस आ गई, मतलब इंटर प्रोसैस कम्युनिकेशन। प्रोसैसिंग ऑफ एक्सैप्शनस एंड इंटरप्ट, कोई काम एक बार चल रहा है ਉਹਦੇ ਵਿੱਚ ਕੋਈ ਅਰਜੈਂਟ ਵਾਲਾ ਕੰਮ ਆ ਗਿਆ ਤੇ ਉਹ ਕਰਨਾ ਹੈ। ਠੀਕ ਹੈ, ਉਹਨੂੰ ਕਹਿੰਦੇ ਆ ਇੰਟਰਪਟਸ। ਉਹ ਕਿੱਦਾਂ ਹੈਂਡਲ ਕਰਨਾ, ਉਹ ਸਾਰਾ ਕੁਝ ਪ੍ਰੋਸੈਸ ਮੈਨੇਜਮੈਂਟ ਕਰਨਲ ਕਰਦਾ ਹੈ। ਸਕੈਡਿਊਲਿੰਗ, ਡਿਸਾਈਡਿੰਗ ਵਟ ਪ੍ਰੋਗਰਾਮਸ ਟੂ ਰਨ। कर्नल provides CPU scheduling, memory management and device management. For this, scheduling is a fundamental operating system function since almost all computer sources are scheduled before use. The CPU is of course one of the primary computer resource, consequently scheduling is often performed. कोई भी कहते CPU scheduling, memory management, device management, ਐਵਰੀ ਕੋਈ ਵੀ ਚੀਜ਼ ਹੈ ਉਹਦੀ ਸ਼ਡਿਊਲਿੰਗ ਹੁੰਦੀ ਹੈ। ਸ਼ਡਿਊਲਿੰਗ ਦਾ ਮਤਲਬ ਕੀ ਹੁੰਦਾ ਕਿ ਕੋਈ ਸੀਰੀਅਲ ਸ਼ਡਿਊਲ, ਮਤਲਬ ਜਿਵੇਂ ਅਸੀਂ ਕੋਈ ਆਪਣਾ ਸ਼ਡਿਊਲ ਬਣਾ ਲੈਂਦੇ ਹਾਂ ਕਿ ਮੈਂ ਸਵੇਰੇ ਉੱਠ ਕੇ ਆਹ ਚੀਜ਼ ਕਰਨੀ ਹੈ, ਉਸ ਤੋਂ ਬਾਅਦ ਮੈਂ ਆਹ ਕਰਨਾ ਹੈ, ਫਿਰ ਇਹ ਕਰਨਾ ਹੈ, ਮਤਲਬ ਇੱਕ ਆਪਾਂ ਪ੍ਰੋਸੈਸ ਮੈਨੇਜ ਕੀਤਾ ਹੁੰਦਾ ਹੈ ਆਪਣੇ ਪੂਰੇ ਦਿਨ ਦਾ। ਸੋ ਕੰਪਿਊਟਰ ਦੇ ਵਿੱਚ ਵੀ ਇਹੀ ਚੀਜ਼ਾਂ ਹੁੰਦੀਆਂ ਹੈ। ਕਰਨਲ ਪ੍ਰੋਵਾਈਡ CPU ਸ਼ਡਿਊਲਿੰਗ, ਮੈਮਰੀ ਮੈਨੇਜਮੈਂਟ, ਡਿਵਾਈਸ ਮੈਨੇਜਮੈਂਟ ਫॉर ਦੀਸ ਪ੍ਰੋਸੈਸ। ਸ਼ਡਿਊਲਿੰਗ ਇਜ਼ ਅ ਫੰਡਾਮੈਂਟਲ ਆਪਰੇਸ਼ਨ। ਇਹ ਲਾਈਨ ਤੁਸੀਂ ਪਹਿਲਾਂ ਲਿਖ ਸਕਦੇ ਆ। ਸ਼ਡਿਊਲਿੰਗ ਇਜ਼ ਫੰਡਾਮੈਂਟਲ ਆਪਰੇਟਿੰਗ ਸਿਸਟਮ ਫੰਕਸ਼ਨ। ऑल कंप्यूटर रिसोर्सिज आर ਸਕੈਡਿਊਲ ਬਿਫੋਰ ਯੂਜ਼। ਜਿੰਨੇ ਵੀ ਕੰਪਿਊਟਰ ਰਿਸੋਰਸਿਸ ਹੈ, ਰਿਸੋਰਸਿਸ ਤੁਹਾਨੂੰ ਪਤਾ ਲੱਗ ਗਿਆ ਕਿਹੜੇ ਕਿਹੜੇ ਹੁੰਦੇ ਆ, ਉਹ ਸਾਰੇ ਕੀ ਹੁੰਦੇ ਆ, ਉਹਨਾਂ ਨੂੰ ਯੂਜ਼ ਕਰਨ ਤੋਂ ਪਹਿਲਾਂ ਸ਼ਡਿਊਲ ਕੀਤਾ ਹੁੰਦਾ ਹੈ। ਠੀਕ ਹੈ ਜੀ। ਮੈਮਰੀ ਮੈਨੇਜਮੈਂਟ, ਇਹ ਵੀ ਪਤਾ ਲੱਗ ਗਿਆ, ਜਿੰਨੀ ਵੀ ਮੈਮਰੀ ਹੈ, ਮੈਮਰੀ ਦੇ ਵਿੱਚ ਕੁਛ ਲਿਖਣਾ ਹੈ, ਕੁਛ ਡਿਲੀਟ ਕਰਨਾ ਹੈ, ਸਾਰਾ ਕੁਛ ਕਿਆ ਹੈ, ਕਰਨਲ ਦੇ ਵਿੱਚ ਹੁੰਦਾ ਹੈ। ਕੁਛ ਲੋਡ ਕਰਨਾ ਹੈ। An operating system designed to handle large number of people would need a real time executive। ਇੱਕੋ ਟਾਈਮ 'ਤੇ ਕਿੰਨੇ ਸਾਰੇ ਲੋਕ ਮੈਮਰੀ ਐਕਸੈਸ ਕਰ ਰਹੇ ਹੁੰਦੇ ਹੈ, ਕਿੱਡਾ ਵੱਡਾ ਇੰਟਰਨੈਟ ਹੈ, ਸਾਰੇ ਲੱਗੇ ਹੁੰਦੇ ਆ ਯੂਜ਼ ਕਰਨ, ਕਿਤੇ ਨਾ ਕਿਤੇ ਤਾਂ ਉਹ ਡਾਟਾ ਸਟੋਰ ਹੀ ਹੈ। ਮਤਲਬ ਇੱਕ ਬਰੋਡ ਲੈਵਲ 'ਤੇ ਦੇਖੀਏ, ਛੋਟੇ ਲੈਵਲ 'ਤੇ ਦੇਖੀਏ, ਲੋਕਲ ਏਰੀਆ ਨੈਟਵਰਕ ਕ੍ਰੀਏਟ ਕੀਤਾ ਹੋਇਆ ਹੈ। 10 PC ਮੈਂ ਕੰਪਿਊਟਰ ਦੇ ਵਿੱਚ ਲਗਾਇਆ ਹੈ, ਇਕੱਲੇ ਇਕੱਲੇ ਨੂੰ ਮੈਂ ਹਾਰਡ ਡਿਸਕ ਨਹੀਂ ਦਿੱਤੀ, ਸਾਰਿਆਂ ਦੇ ਲਈ ਇੱਕ ਕੰਬਾਈਨਡ ਮੈਮਰੀ ਦੇ ਦਿੱਤੀ। ਇੱਕੋ ਟਾਈਮ 'ਤੇ 10 ਬੰਦੇ ਮੇਰਾ ਮੈਮਰੀ ਅਸੈਸ ਕਰ ਰਹੇ ਹੈ। ਠੀਕ ਹੈ, ਅਤੇ ਕਿਹਦਾ ਡਾਟਾ ਕਿੱਥੇ ਸਟੋਰ ਹੋਣਾ ਹੈ, ਕਿੱਦਾਂ ਉਹਨੇ ਦੁਬਾਰਾ ਫੈਚ ਕਰਨਾ ਹੈ, that is everything is memory management। user program as journal stored on disk, thus it need to be loaded into memory before executing। ਅਤੇ ਉਸ ਤੋਂ ਬਾਅਦ ਜਦੋਂ ਇੱਕ ਬੰਦੇ ਨੇ ਆਪਣਾ ਡਾਟਾ ਯੂਜ਼ ਕਰ ਲਿਆ ਅਤੇ ਉਸ ਤੋਂ ਬਾਅਦ ਕਿਆ ਹੈ, ਸਪੇਸ ਜਿਹੜੀ ਫਰੀ ਵੀ ਕਰਨੀ ਹੁੰਦੀ ਹੈ, ਅਤੇ ਉਹ ਸਾਰਾ ਕੰਮ ਮੈਮਰੀ ਮੈਨੇਜਮੈਂਟ 'ਚ ਆਉਂਦਾ ਹੈ। ਉਸ ਤੋਂ ਬਾਅਦ ਪ੍ਰੋਸੈਸ ਸਿੰਕਰੋਨਾਈਜੇਸ਼ਨ। ਕਰਨਲ ਪ੍ਰੋਵਾਈਡ ਸਿੰਕਰੋਨਾਈਜੇਸ਼ਨ ਟੂਲ so that the processes can synchronize their action। ਉਸ ਤੋਂ ਬਾਅਦ ਕਮਿਊਨੀਕੇਸ਼ਨ ਟੂਲ।
करना प्रोवाइड कम्युनिकेशन टूल सो दैट प्रोसैस कैन कम्युनिकेट विद ईच अदर स्विचिंग बिटवीन प्रोग्राम्स एक प्रोग्राम एक कोई प्रोसैस चल रही है ਉਹਦੇ ਵਿੱਚ कोई होर प्रोसैस शुरू कर लिया सी फिर कोई होर कर लिया मतलब एक तो दूजा दूजे तो तीजा तीजे तो चौथा ਉਹਨੂੰ ਕਹਿੰਦੇ ਆ स्विचिंग करनी ठीक है सो ਜਿਹੜਾ ਕਰਨਲ ਹੈ स्विचिंग बिटवीन प्रोग्राम्स स्विच भी प्रोवाइड करता है स्विचिंग भी प्रोवाइड करता है उस बाद कंट्रोल करना प्रोवाइड हार्डवेयर डिवाइस कंट्रोल एंड प्रोग्रामिंग कंट्रोल ओके उस तो बाद हैगा तो ऑपरेटिंग सिस्टम यूटिलिटीज़ ਜਿਹੜੀਆਂ ਅਸੀਂ ਆ यूटिलिटीज़ देखिया ਇਹਦਾ ਕੀ मतलब है operating system consists of hundred of thousand of line of program code and stored on hard disk operating system है ਜਿਹੜਾ ਕਹਿੰਦੇ थाउजेंड of line थाउजेंड तो भी बहुत थाउजेंड तो भी ज़्यादा ही ਹੁੰਦੀਆਂ ਹੈ थाउजेंड ਤਾਂ ਕੁਛ ਵੀ ਨਹੀਂ ਹੁੰਦਾ ठीक है इन्ने लाइन्स का कोड हुंदा है और हार्ड डिस्क के विच स्टोर हुंदा है पोर्शनस ऑफ द ऑपरेटिंग आर लोडेड इनटू कंप्यूटर सिस्टम मैमरी रैम दे विच जेड़ा ऑपरेटिंग सिस्टम है जेड़ा ਹੁਣ ਤੁਹਾਨੂੰ ਪਤਾ ਲੱਗਿਆ ਹੋਏਗਾ ਤੁਸੀਂ रैम और रोम पढ़िया है रैम रैंडम एक्सेस मैमरी कित्थे यूज़ हुंदी है रोम कित्थे यूज़ हुंदी है ऑपरेटिंग सिस्टम है ਜਿਹੜਾ ਜਦੋਂ ਜੇ ਮੈਮਰੀ ਨੂੰ ਮਤਲਬ ਇੱਕ ਕਹਿ ਲਓ ਕਿ ਮੈਮਰੀ ਦੇ ਲਈ ਏਰੀਆ ਰਿਜ਼ਰਵ ਕੀਤਾ ਹੁੰਦਾ ਹੈ ਜਿਹਦੇ 'ਚ ਸਾਡਾ ਆਪਰੇਟਿੰਗ ਸਿਸਟਮ ਨੇ ਲੋਡ ਹੋਣਾ ਹੁੰਦਾ ਹੈ ਆਪਰੇਟਿੰਗ ਸਿਸਟਮ ਆਰ ਲੋਡਡ ਇਨਟੂ ਕੰਪਿਊਟਰ ਮੈਮਰੀ ਰੈਮ ਵੈਨ ਨੀਡਡ यूटिलिटीज़ आर प्रोवाइडेड फॉर यूटिलिटीज़ क्यों प्रोवाइड कीतियां होंदियां हैं टू मैनेज फाइल्स एंड डॉक्यूमेंट डेवलपमेंट ऑफ प्रोग्राम एंड सॉफ्टवेयर कम्युनिकेटिंग बिटवीन पीपल एंड विद अदर कंप्यूटर रेस्ट ऑफ द टॉपिक आपां कल करांगे तुसी मैं ये 2 बार प्ले कर दूँगी यू लिसन केयरफुली नोट्स नाल दी नाल बना लियो अदरवाइज बहुत मुश्किल हो जाएगा तुहानूं क्योंकि ये न्यू सबजैक्ट है तो सैकेंड ईयर सैकेंड समैसटर च इनकलूड होना थोड़ा कॉम्प्लीकेशनस है बच्चों के लिए सो ध्यान नाल पढ़ना है ओके